देश विदेश ਵਿੱਚ ਵਸਦੀਆਂ ਸਾਰੀਆਂ ਹੀ ਸੰਗਤਾਂ ਨੂੰ ਪਿਆਰ ਔਰ ਅਦਬ ਦੇ ਨਾਲ ਇਤਿਹਾਸਕਾਰ ਭਾਈ ਬੇਅੰਤ ਸਿੰਘ ਜੀ ਕਲੇਰਾਂ ਵਾਲਿਆਂ ਵੱਲੋਂ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਰਜਾ ਪ੍ਰੋਡਕਸ਼ਨ ਟੀਵੀ ਚੈਨਲ ਤੇ ਪ੍ਰੋਗਰਾਮ ਸਾਲ ਦੇ ਝਰੋਖੇ ਵਿੱਚੋਂ ਤਵਾਰੀਖ ਦਾ ਸੱਚ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਲ ਦੇ ਝਰੋਖੇ ਵਿੱਚੋਂ ਇਹ ਪ੍ਰੋਗਰਾਮ ਅੱਜ 2/11/2020 ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਵਧਾਈਆਂ ਵਧਾਈਆਂ ਵਧਾਈਆਂ। ਇਹ ਤਕਰੀਬਨ 30 ਮਿੰਟ ਦਾ ਜੋ ਐਪੀਸੋਡ ਮੈਂ ਤਿਆਰ ਕਰ ਰਿਹਾ ਹਾਂ, ਇਹ ਆਪ ਜੀ ਦੇ ਵਾਸਤੇ ਬਹੁਤ ਲਾਭਦਾਇਕ ਹੋਏਗਾ। ਇਸ ਦੇ ਵਿੱਚ ਮੈਂ ਜਿੱਥੇ ਪ੍ਰਕਾਸ਼ ਦੇ ਭੇਦ ਖੋਲਾਂਗਾ, ਉਹਨਾਂ ਦੇ ਵਿਆਹ ਦੇ ਸਮੇਂ ਦੇ ਭੇਦ ਖੋਲਾਂਗਾ, ਗੁਰਿਆਈ ਦੇ, ਫਿਰ ਗੁਰਬਾਣੀ ਦੇ, ਇੱਕ ਇੱਕ ਚੀਜ਼ ਮੈਂ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਉਣੀ ਹੈ ਲੜੀਵਾਰ। ਇਸ ਵੀਡੀਓ ਨੂੰ ਆਪ ਜੀ ਨੇ ਸੰਪੂਰਨ ਦੇਖਣ ਦੀ ਕਿਰਪਾਲਤਾ ਕਰਨੀ, ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾਲ ਹੀ ਬੈਲ ਦਾ ਬਟਨ ਦਬਾਉਣਾ। ਜੋ ਆਪ ਜੀ ਦੇ ਮਨ ਵਿੱਚ ਕੋਈ ਵਿਚਾਰ ਆ ਜਾਵੇ, ਉਹ ਵੀ ਵਿਚਾਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਆਓ ਸਮਾਂ ਗਵਾਏ ਤੋਂ ਬਿਨਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਹ ਪਲ, ਉਹ ਘੜੀਆਂ, ਕਿਸ ਤਰ੍ਹਾਂ ਦਾ ਸਮਾਂ ਸੀ, ਕਿਸ ਤਰ੍ਹਾਂ ਦੇ ਪਲ ਸਨ, ਉਸ ਸਮੇਂ ਵਿੱਚ ਮੈਂ ਆਪ ਜੀ ਨੂੰ ਲੈ ਕੇ ਦਰਸ਼ਨ ਕਰਾਵਾਂ। ਪਿਤਾ ਸਤਿਕਾਰਯੋਗ ਸ੍ਰੀ ਹਰਦਾਸ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਅਨੂਪੀ ਜੀ ਦੀ ਕੁੱਖੋਂ ਇੱਥੇ ਬੱਚਿਆਂ ਨੂੰ ਧਿਆਨ ਦੇਣਾ। ਕੁਝ ਇਤਿਹਾਸਕਾਰਾਂ ਨੇ ਮਾਤਾ ਅਨੂਪੀ ਦੀ ਥਾਂ ਤੇ ਮਾਤਾ ਦਇਆ ਕੌਰ ਲਿਖ ਦਿੱਤਾ ਹੈ, ਪਰ ਸਤਿਕਾਰਯੋਗ ਮਾਤਾ ਜੀਵਨ ਕੌਰ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨੀ ਜੀ ਸਨ, ਉਹਨਾਂ ਦੀਆਂ 2 ਬੇਟੀਆਂ ਸਨ। ਭਾਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਸੀ ਜੀ ਸਨ ਸਤਿਕਾਰਯੋਗ ਮਾਤਾ ਦਇਆ ਕੌਰ ਜੀ। ਉਹਨਾਂ ਦਾ ਵੀ ਇਤਿਹਾਸ ਬਹੁਤ ਸੋਹਣਾ ਹੈ, ਅੱਗੇ ਜਾ ਕੇ ਸਾਂਝ ਕਰਾਂਗਾ। ਇਸ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਅਨੂਪੀ ਜੀ ਦੀ ਕੁੱਖੋਂ 25 ਅੱਸੂ ਸੰਮਤ 1591, ਇਸ ਨੂੰ ਵੀ 2 ਤਰੀਕਾਂ ਅੱਗੇ ਇੰਗਲਿਸ਼ ਦੀਆਂ ਆਉਂਦੀਆਂ ਹਨ। ਕੁਝ ਵੀਰਾਂ ਦਾ ਖਿਆਲ ਹੈ 24 ਸਤੰਬਰ, ਜ਼ਿਆਦਾ ਬਹੁਤਾਤ ਵਿੱਚ 25 ਸਤੰਬਰ 1534 ਵਿੱਚ ਚੂਨਾ ਮੰਡੀ ਲਾਹੌਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਇੱਥੇ ਕੁਝ ਬਚਨ ਕੀਮਤੀ ਨੇ ਜੋ ਤਵਾਰੀਖ ਦੀ ਸੱਚ ਮੈਂ ਆਪ ਜੀ ਦੇ ਸਾਹਮਣੇ ਲਿਆਉਣ ਦੀ ਇੱਛਾ ਕਰਦਾ ਹਾਂ। ਹਰ ਸਾਲ ਸਾਡਾ ਇਹ ਗੁਰਪੁਰਬ ਅਲੱਗ-ਅਲੱਗ ਤਰੀਕਾਂ ਤੇ ਆਉਂਦਾ ਹੈ। ਤਕਰੀਬਨ ਆਪ ਜੀ ਨੂੰ ਪਤਾ ਹੈ 2019 ਦੇ ਵਿੱਚ ਇਹ ਗੁਰਪੁਰਬ ਸਾਡਾ 15 ਅਕਤੂਬਰ ਨੂੰ ਆਇਆ ਸੀ, 17 ਵਿੱਚ 7 ਅਕਤੂਬਰ ਨੂੰ ਆਇਆ ਸੀ, ਅੱਜ 2 ਨਵੰਬਰ ਨੂੰ ਆਇਆ ਹੈ। ਇਹ ਤਰੀਕਾਂ ਅੱਗੇ ਪਿੱਛੇ ਭੱਜਣ ਦਾ ਕਾਰਨ ਕੀ ਹੈ? ਇਹਦੇ ਵਿੱਚ ਕੁੰਡੀ ਕੀ ਹੈ ਜਿਸ ਨੂੰ ਅੱਜ ਆਪ ਜੀ ਨੇ ਸਮਝਣਾ ਹੈ? ਉਹ ਕੁੰਡੀ ਹੈ ਕੱਤਕ ਬਦੀ 2। ਜਿਹੜੀ ਕੱਤਕ ਬਦੀ 2 ਹੈ, ਇਹ ਬਦੀ ਤੇ ਸੁਦੀ ਦੋਨੇ ਚੀਜ਼ਾਂ 15-15 ਦਿਨ ਦਾ ਸਮਾਂ ਪਾ ਕੇ ਆਉਂਦੀਆਂ ਨੇ। ਇਹ 15 ਦਿਨ ਅੱਗੇ ਵੀ ਲੰਘ ਜਾਂਦੀਆਂ ਤੇ 15 ਦਿਨ ਪਿੱਛੇ ਵੀ ਆ ਜਾਂਦੀਆਂ ਹਨ। ਸੁਦੀ ਤੇ ਬਦੀ ਜੇ ਕਿਤੇ ਸਾਡੇ ਕੌਮ ਦੇ ਸਿਆਣੇ ਵਿਦਵਾਨਾਂ ਨੂੰ ਜਾਂ ਸਾਡੇ ਬੁੱਧੀਜੀਵੀਆਂ ਨੂੰ ਸਮਝ ਲੱਗ ਜਾਏ, ਜਿਹੜੇ ਕੌਮ ਦੇ ਇਹ ਸਾਡੀ ਰਹਿਨੁਮਾਈ ਕਰਦੇ ਨੇ, ਜੇ ਖਾਲੀ ਸੁਦੀ ਤੇ ਬਦੀ ਕੋਲੋਂ ਖਹਿੜਾ ਛਡਾ ਲੈਣ ਤੇ ਦੇਸੀ ਤਰੀਕਾਂ ਇੱਕ ਕਰ ਦੇਣ, ਕੇਵਲ ਇੰਗਲਿਸ਼ ਤਰੀਕਾਂ ਵੱਲ ਵੀ ਨਾ ਜਾਓ, ਇੰਗਲਿਸ਼ ਕੈਲੰਡਰ ਵੱਲ ਨਾ ਜਾਓ, ਦੇਸੀ ਵਿੱਚ ਹੀ ਅਗਰ ਤੁਸੀਂ 1 ਤਰੀਕ ਕਰ ਦਿਓਗੇ, 25 ਅੱਸੂ ਕਰ ਦਿਓਗੇ, ਤਾਂ ਵੀ ਤਰੀਕ ਤੁਹਾਡੀ ਸਾਲ ਦੀ 1 ਹੋ ਜਾਏਗੀ, ਪੱਕੀ ਹੋ ਜਾਏਗੀ। ਇਹ ਸੁਦੀ ਤੇ ਬਦੀ ਬ੍ਰਾਹਮਣੀ ਜੋ ਜੁਲਾ ਸਾਡੇ ਸਿਰ ਤੇ ਪਿਆ ਹੋਇਆ ਹੈ, ਸਮਾਂ ਆਏਗਾ ਗੁਰੂ ਕੇ ਸਿੱਖ
ਇਹ ਵੀ ਜੂਲਾ ਉਤਾਰ ਕੇ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦਾ ਅੱਗੇ ਚੱਲੇਗਾ। ਪਰ ਉਸ ਆਸ ਵਿੱਚ ਇਤਿਹਾਸ ਦਾ ਸੱਚ, ਤਵਾਰੀਖ ਦਾ ਸੱਚ ਆਪ ਜੀ ਦੇ ਸਾਹਮਣੇ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਕਦੇ ਅੱਗੇ ਤੇ ਕਦੇ ਪਿੱਛੇ ਇਹ ਤਰੀਕਾ ਇੰਗਲਿਸ਼ ਆਉਂਦੀਆਂ ਨੇ। ਉਹਦੇ ਵਿੱਚ ਜੋ ਮੇਨ ਕੁੰਡੀ ਹੈ ਉਹ ਹੈ ਕੱਤਕ ਬਦੀ 2। ਕੱਤਕ ਬਦੀ 2 ਕਰਨ ਦੇ ਨਾਲ, ਬਦੀ ਨਾਲ ਲੈਣ ਨਾਲ ਸਾਡੇ ਉੱਪਰ ਵੀ ਵਧੀਆਂ ਆ ਜਾਂਦੀਆਂ ਹਨ। ਹੋਰ ਅਗੇਤਰ ਵੱਲ ਚੱਲਾਂ, ਲਾਹੌਰ ਦੀ ਧਰਤੀ, ਚੂਨਾ ਮੰਡੀ ਦਾ ਇਹ ਅਸਥਾਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਆਪ ਜੀ ਦੇ ਚਾਹੇ ਵੱਡੇ ਵਡੇਰੇ ਸਤਿਕਾਰਯੋਗ ਪਿਤਾ ਹਰਦਾਸ ਜੀ ਵੀ 3 ਭਰਾ ਸਨ। ਇਹਨਾਂ ਦੀ ਵੀ ਅੱਗੇ ਬਹੁਤ ਵੱਡੀ ਫੁਲਵਾੜੀ ਸੀ। ਉਸ ਫੁਲਵਾੜੀ ਵਿੱਚ, ਮਹਿਕਦੀ ਫੁਲਵਾੜੀ ਵਿੱਚ ਇਹ ਇੱਕ ਫੁੱਲ ਦੀ ਤਰ੍ਹਾਂ ਪ੍ਰਗਟ ਹੋਏ। ਇੱਥੇ ਵਚਨ ਥੋੜੇ ਜਿਹੇ ਕੀਮਤੀ ਨੇ ਜਿਨ੍ਹਾਂ ਨੂੰ ਧਿਆਨ ਨਾਲ ਸੁਣਨਾ ਇਤਿਹਾਸ ਦੀ ਤਵਾਰੀਖ ਦਾ ਸੱਚ ਹੈ, ਜਿਹਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜਿਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ 4 ਪਾਤਸ਼ਾਹੀਆਂ ਧਰਤੀ ਤੇ ਮੌਜੂਦ ਸਨ। ਬੜਾ ਸਵਾਦਲਾ ਵਚਨ ਹੈ, ਧਿਆਨ ਨਾਲ ਸੁਣਨਾ। ਜਿਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, 4 ਪਾਤਸ਼ਾਹੀਆਂ ਸਮੇਂ ਤੇ ਮੌਜੂਦ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸ ਸਮੇਂ ਆਰਬਲਾ ਤਕਰੀਬਨ 65 ਸਾਲ ਦੀ ਸੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਆਰਬਲਾ 30 ਸਾਲ ਦੀ ਸੀ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸ ਸਮੇਂ ਉਮਰ ਆਮ ਇਤਿਹਾਸਕਾਰਾਂ ਨੇ ਲਿਖਤਾ 55 ਸਾਲ, ਪਰ ਉਹਨਾਂ ਦੀ ਉਮਰ ਸੀ 29 ਸਾਲ। ਗੁਰੂ ਅਮਰਦਾਸ ਮਹਾਰਾਜ ਜੀ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਦੇ ਵੇਰਵੇ 2 ਨੇ, ਇਸ ਦਾ ਵੀ ਅੱਗੇ ਭੇਦ ਖੋਲਾਂਗਾ। ਆਪ ਜੀ ਦੀ ਉਮਰ ਸੀ 29 ਸਾਲ ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਇੱਥੇ ਹੋਰ ਵਚਨ ਸੋਹਣਾ ਜਿਹਾ ਪਿਆਰਾ ਜਿਹਾ ਜਾਣਨ ਵਾਲਾ ਹੈ। ਚਾਰੇ ਹੀ ਪਾਤਸ਼ਾਹੀਆਂ ਕੋਲੇ ਕੋਲੇ ਸਨ, ਕੋਈ ਬਹੁਤ ਲੰਬਾ ਫਾਸਲਾ ਨਹੀਂ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ ਨੂੰ ਭਾਗ ਲਗਾ ਰਹੇ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਕਰਤਾਰਪੁਰ, ਖੰਡੂਰ ਤੋਂ ਕਰਤਾਰਪੁਰ ਪਹੁੰਚ ਗਏ ਸਨ। ਚਾਹੇ ਉਸ ਸਮੇਂ ਆਪ ਜੀ ਦਾ ਸਥਾਨ ਖੰਡੂਰ ਸਾਹਿਬ ਲਿਖਣਾ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਬਾਸਰ ਕੇ ਨਗਰ ਵਿੱਚ ਸਨ ਤੇ ਲਾਹੌਰ, ਇਹ ਚਾਰੇ ਦੇ ਚਾਰੇ ਸਥਾਨ ਬਿਲਕੁਲ ਕੋਲੇ ਹੀ ਨੇ, ਥੋੜੇ ਥੋੜੇ ਫਾਸਲੇ ਦੇ ਉੱਪਰ ਹੀ ਹਨ। ਜਿਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇਸ ਤੋਂ ਪਹਿਲੋਂ 3 ਪਾਤਸ਼ਾਹੀਆਂ ਹੋਰ ਕੋਲੇ ਕੋਲੇ ਸਨ, ਪਰ ਮਲਾਪ ਸਮੇਂ ਸਮੇਂ ਸਿਰ ਹੋਇਆ। ਹੋਰ ਅਗੇਤਰ ਵੱਲ ਚੱਲ ਗਏ। ਜਿਸ ਸਮੇਂ ਸਤਿਕਾਰਯੋਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਆਪ ਜੀ ਦੀ ਬਾਲ ਅਵਸਥਾ ਸ਼ੁਰੂ ਹੋਈ। ਥੋੜੀ ਜੀ ਉਮਰ ਵਿੱਚ ਹੀ ਅੱਗੇ ਵਧੇ ਸਨ ਤਾਂ ਸਤਿਕਾਰਯੋਗ ਮਾਤਾ ਜੀ ਦਾ ਨਿੱਘੀ ਗੋਦ, ਪਿਆਰੀ ਗੋਦ ਆਪ ਜੀ ਕੋਲੋਂ ਜਾਣੀ ਹੋਈ। ਇਸ ਦੀਆਂ ਵੀ ਤਰੀਕਾਂ ਅਗਲੀ ਵੀਡੀਓ ਵਿੱਚ ਮੈਂ ਫਿਰ ਆਪ ਜੀ ਨਾਲ ਸਾਂਝ ਪਾਵਾਂਗਾ। ਜਦੋਂ ਕਰੀਬਨ 7 ਸਾਲ ਦੀ ਉਮਰ ਹੋਈ, ਪਿਤਾ ਹਰਦਾਸ ਜੀ ਦਾ ਵੀ ਜਾਣਾ ਹੋ ਗਿਆ। ਜਦੋਂ ਮਾਤਾ ਜੀ ਦਾ ਜਾਣਾ ਹੋਇਆ ਸੀ, ਉਸ ਸਮੇਂ ਘਰ ਦੇ ਪਰਿਵਾਰ ਨੂੰ ਸੰਭਾਲਣ ਵਾਸਤੇ ਬਾਸਰ ਕੇ ਨਗਰ ਦੇ ਰਹਿਣ ਵਾਲੇ ਉਸ ਮਾਤਾ ਦਾ ਨਾਮ ਜੀਵਨ ਜੀ ਲਿਖਿਆ ਹੈ ਤੇ ਛੋਟੇ ਇਤਿਹਾਸ ਵਿੱਚ ਛੋਟੇ ਬੱਚਿਆਂ ਵਿੱਚ ਲਿਖਿਆ ਜੀਆ ਜੀ। ਮਾਤਾ ਜੀਆ ਜੀ ਨੂੰ ਜਦੋਂ ਪਤਾ ਲੱਗਿਆ ਕਿ ਮੇਰੀ ਬੇਟੀ ਅਨੂਪੀ ਜੀ ਸੰਸਾਰ ਚੋਂ ਚਲੇ ਗਏ ਨੇ, ਤੇ ਆਪ ਉਸੇ ਸਮੇਂ ਹੀ ਬਾਸਰ ਕੇ ਨਗਰ ਤੋਂ ਚੱਲ ਕੇ ਲਾਹੌਰ ਪਹੁੰਚ ਗਏ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਪੁਰਖੀ ਜੋ ਕਾਰਜ ਸੀ, ਉਹ ਕਰਿਆਨੇ ਦੀ ਦੁਕਾਨ ਸੀ। ਉਸ ਦੁਕਾਨ ਦੇ ਵਿੱਚ ਹਜੇ ਤੁਰਦਿਆਂ ਤੁਰਦਿਆਂ ਹਜੇ ਸੰਭਲਣਾ ਸੀ, 7 ਸਾਲ ਦੀ ਉਮਰ ਹੀ ਹੋਈ, ਪਿਤਾ ਜੀ ਦਾ ਵੀ ਸਿਰ ਤੋਂ ਛਤਰ ਛਾਇਆ ਜਾਣਾ ਹੋ ਗਿਆ। ਹੁਣ ਸਾਰੀ ਜ਼ਿੰਮੇਵਾਰੀ ਦੀ ਜਿਹੜੀ ਪੰਡ ਸੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੀਸ ਤੇ ਆਈ। ਇੱਥੇ ਜੋ ਉਹਨਾਂ ਦਾ ਪੁਰਾਤਨ ਨਾਮ ਇਤਿਹਾਸਕਾਰਾਂ ਨੇ ਵਾਰ-ਵਾਰ ਲਿਖਿਆ, ਉਹ ਗੱਲ ਵੀ ਦੱਸਣੀ ਜ਼ਰੂਰੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਜਿਹੜਾ ਆਮ ਇਤਿਹਾਸਕਾਰ ਵਰਤਦੇ ਨੇ, ਉਹ ਜੇਠਾ ਪੁੱਤਰ, ਜੇਠਾਰਾ ਪੁੱਤਰ,
ਤੇ ਇਹ ਤਾਂ ਜੇਠਾ ਜੀ ਆਖਿਆ ਜਾਂਦਾ। ਆਮ ਕਰਕੇ ਸਾਡੀ ਪੰਜਾਬ ਦੀ ਭਾਸ਼ਾ ਦੇ ਵਿੱਚ ਪਹਿਲੇ ਪੁੱਤਰ ਨੂੰ ਜੇਠਾ ਪੁੱਤਰ ਕਿਹਾ ਜਾਂਦਾ, ਪਰ ਮਾਤਾ ਪਿਤਾ ਵੱਲੋਂ ਨਾਮ ਰਾਮਦਾਸ ਹੀ ਰੱਖਿਆ ਗਿਆ। ਅਸੀਂ ਕਿਉਂ ਨਾ ਹੋਵੇ, ਜੋ ਮਾਤਾ ਪਿਤਾ ਨੇ ਨਾਮ ਦਿੱਤਾ ਹੈ ਉਹੀ ਨਾਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰੀਏ। ਮਾਤਾ ਜੀਵਨ ਜੀ, ਮਾਤਾ ਜੀਆ ਜੀ ਦੇ ਮਨ ਵਿੱਚੋਂ ਖਿਆਲ ਆਇਆ, ਦੁਕਾਨਦਾਰੀ ਬੱਚਾ ਛੋਟਾ ਹੈ, ਸੰਭਾਲ ਨਹੀਂ ਪਾਉਂਦਾ। ਇੱਥੇ ਵਚਨ ਇੱਕ ਹੋਰ ਵੀ ਕੀਮਤੀ ਪ੍ਰਿੰਸੀਪਲ ਸੋਭਾ ਸਿੰਘ ਜੀ ਨੇ ਲਿਖਿਆ, ਕਹਿੰਦੇ ਜਿਨ੍ਹਾਂ ਕੋਲੋਂ ਪੈਸੇ ਲੈਣੇ ਸੀ, ਕਿਉਂਕਿ ਕਰਿਆਨਾ ਗਿਆ ਹੋਇਆ ਸੀ, ਉਹ ਮੁੱਕਰ ਗਏ। ਜਿਨ੍ਹਾਂ ਦੇ ਦੇਣੇ ਸੀ ਉਹ ਆ ਕੇ ਗੇੜੇ ਲਗਾ ਕੇ ਤੇ ਦੁਕਾਨ ਦਾ ਸਮਾਨ ਚੱਕ ਕੇ ਲਿਜਾਣ ਲੱਗ ਪਏ। ਇਸ ਕਰਕੇ ਦੁਕਾਨਦਾਰੀ ਦਾ ਕੰਮ ਸਾਰੇ ਦਾ ਸਾਰਾ ਹੌਲੀ ਹੌਲੀ ਘਟਦਾ ਬਹੁਤ ਛੋਟੇ ਆਕਾਰ 'ਚ ਰਹਿ ਗਿਆ। ਫਿਰ ਮਾਤਾ ਜੀਵਨ ਕੌਰ ਜੀ ਨੇ, ਮਾਤਾ ਜੀਵਨ ਜੀ ਨੇ ਮਨ ਵਿੱਚੋਂ ਪ੍ਰੇਮ ਦੀ ਤਾਂਘ ਵਾਗੀ ਕਿ ਮਨਾ ਬੱਚਾ ਛੋਟਾ ਹੈ, ਸ਼ਰੀਕ ਭਰਾ ਕਿਤੇ ਹੋਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋ ਜਾਏ। ਤੇ ਆਪ ਜੀ ਨੇ ਆਪਣੀ ਮਨ ਦੀ ਵੇਦਨਾ ਨਾਲ ਛੋਟੇ ਜਿਹੇ ਬਾਲਕ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖਿਆ। ਇੱਥੋਂ ਸਫ਼ਰ ਆਰੰਭ ਹੁੰਦਾ। ਇੱਥੋਂ ਲਾਹੌਰ ਤੋਂ ਆਪ ਜੀ ਚੱਲਦੇ ਹੋਏ ਬਾਸਰ ਕੇ ਨਗਰ ਵਿੱਚ ਆ ਗਏ। ਬਾਸਰ ਕੇ ਨਗਰ ਵਿੱਚ ਆ ਕੇ ਵੀ ਇੱਥੇ ਵੀ ਬਹੁਤ ਸਾਰਾ ਵਿਸਥਾਰ ਹੈ। ਸਤਿਕਾਰਯੋਗ ਮਾਤਾ ਜੀਵਨ ਜੀ, ਇਹਨਾਂ ਦੇ ਵੀ ਘਰ ਵਿੱਚ ਦੋ ਪੁੱਤਰ ਸਨ। ਔਰ ਸਤਿਕਾਰਯੋਗ ਦੋ ਹੀ ਬੇਟੀਆਂ ਸਨ, ਇੱਕ ਮਾਤਾ ਅਨੂਪੀ ਜੀ, ਦੂਸਰੀ ਮਾਤਾ ਦਇਆ ਕੌਰ ਜੀ। ਇਸ ਪਰਿਵਾਰ ਦੇ ਵਿੱਚੋਂ ਵੀ ਜਿਹੜੇ ਦੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਮੇ ਸਨ, ਉਹਨਾਂ ਚੋਂ ਇੱਕ ਮਾਮਾ ਤਾਂ ਉਦਾਸੀ ਸੰਪਰਦਾ ਦੇ ਨਾਲ ਚਲਿਆ ਗਿਆ, ਘਰ-ਬਾਰ ਛੱਡ ਗਿਆ। ਦੂਸਰੇ ਮਾਮੇ ਦਾ ਨਾਮ ਇਤਿਹਾਸ ਵਿੱਚ ਲਿਖਿਆ ਕਿਰਪਾਲ ਚੰਦ। ਇੱਥੇ ਵਚਨ ਥੋੜਾ ਜਿਹਾ ਛੰਨ ਵਿੱਚ ਬਾਹਰ ਜਾਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੀ ਮਾਮਾ ਕਿਰਪਾਲ ਚੰਦ ਜੀ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਮਾਮਾ ਕਿਰਪਾਲ ਚੰਦ ਜੀ ਸਨ। ਮਾਮਾ ਕਿਰਪਾਲ ਚੰਦ ਜੀ ਉਹ ਵੀ ਆਪਣੇ ਮਨ ਵਿੱਚ ਉਦਾਸੀ ਪਾ ਕੇ ਆਪਣੇ ਆਪ ਵਿੱਚ ਕਿਸੇ ਐਸੀ ਜਗ੍ਹਾ ਤੇ ਚਲੇ ਗਏ ਜਿੱਥੋਂ ਘਰ ਵਾਪਸ ਆਉਣਾ ਬੜਾ ਲੰਮਾ ਅਰਸਾ ਲੰਘ ਗਿਆ। ਮਾਂ ਨੇ ਉਡੀਕਿਆ, ਚੱਲ ਮੇਰੇ ਪੁੱਤਰਾਂ ਨਾਲ ਰਲ ਕੇ ਕੁਝ ਕਾਰਜ ਕਰ ਲੈਣਗੇ, ਪਰ ਅਚਾਨਕ ਜਾਣ ਦਾ ਸਮਾਂ ਉਹਨਾਂ ਦਾ ਵੀ ਹੋ ਗਿਆ ਤੇ ਉਹ ਵੀ ਦੂਰ ਚਲੇ ਗਏ। ਕਿਸੇ ਫਿਰ ਇਤਿਹਾਸ ਵਿੱਚ ਇਸ ਨੂੰ ਵੀ ਭੇਦ ਖੋਲਾਂਗਾ ਕਿ ਮਾਮਾ ਕਿਰਪਾਲ ਚੰਦ ਕਦੋਂ ਵਾਪਸ ਆਏ ਤੇ ਕਦੋਂ ਫਿਰ ਉਹਨਾਂ ਨੇ ਗੁਰੂ ਰਾਮਦਾਸ ਜੀ ਨਾਲ ਮਿਲਾਪ ਕੀਤਾ। ਸੰਖੇਪ ਵਿੱਚ ਜਾਣਾ ਹੈ। ਮਾਤਾ ਜੀਵਨ ਜੀਆ ਜੀ, ਉਹਨਾਂ ਨੇ ਸੋਚਣਾ ਕੀਤਾ ਕਿ ਹੁਣ ਬੱਚੇ ਵਾਸਤੇ ਕੋਈ ਨਾ ਕੋਈ ਕਾਰੋਬਾਰ ਤਾਂ ਆਰੰਭ ਕਰਨਾ ਪਵੇਗਾ। ਇਤਿਹਾਸਕਾਰ ਲਿਖਦੇ ਨੇ ਘੁੰਗਣੀਆਂ ਵੇਚਣ ਦਾ ਕਾਰੋਬਾਰ ਆਰੰਭ ਹੋਇਆ। ਘੁੰਗਣੀਆਂ ਵੇਚਣ ਦਾ ਕਾਰੋਬਾਰ ਆਰੰਭ ਹੋਇਆ ਤੇ ਘੁੰਗਣੀਆਂ ਆਪ ਜੀ ਨੇ ਵੇਚਣੀਆਂ ਆਰੰਭ ਕੀਤੀਆਂ। ਇੱਥੋਂ ਹੀ ਬਾਸਰ ਕੇ ਨਗਰ ਤੋਂ ਉਧਰ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਗੁਰਿਆਈ ਗੁਰਤਾ ਗੱਦੀ ਤੇ ਆਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਸਰ ਕੇ ਪਹੁੰਚ ਕੇ ਭਾਈ ਗੋਂਦਾ ਜੀ ਦੀ ਬੇਨਤੀ ਤੇ ਇਹ ਨਗਰ ਨਵਾਂ ਗੋਇੰਦਵਾਲ ਸਾਹਿਬ ਵਸਾਇਆ। ਇੱਥੇ ਤਕਰੀਬਨ ਬਾਸਰ ਕੇ ਨਗਰ ਦੇ ਬਹੁਤ ਸਾਰੇ ਲੋਕ ਗੋਇੰਦਵਾਲ ਵਿੱਚ ਆ ਵਸੇ ਤੇ ਇੱਥੇ ਹੀ ਮਾਤਾ ਜੀਆ ਜੀ ਔਰ ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਜੀ ਉਮਰ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਏ। ਗੋਇੰਦਵਾਲ ਸਾਹਿਬ ਜੀ ਦੇ ਧਰਤੀ ਤੇ ਆ ਕੇ ਵੀ ਆਪ ਜੀ ਨੇ ਉਹੀ ਸੇਵਾ ਆਰੰਭ ਕੀਤੀ। ਇਸ ਸੇਵਾ ਦੇ ਵਿੱਚ ਜਦੋਂ ਘੁੰਗੜੀਆਂ ਵੇਚਣੀਆਂ, ਜੋ ਉੱਥੋਂ ਪੈਸਾ ਮਿਲਣਾ ਉਹ ਜਾ ਕੇ ਮਾਤਾ ਜੀਆ ਜੀ ਨੂੰ ਦੇਣਾ ਤੇ ਉਹਦੇ ਨਾਲ ਘਰ ਦਾ ਰੋਟੀ ਦਾ ਸਾਧਨ ਚਲਾਉਣਾ। ਇਤਿਹਾਸ ਵੱਡਾ ਹੈ, ਸੰਖੇਪ ਵਿੱਚ ਸ਼ਬਦਾਂ 'ਚ ਕਹਿਣਾ ਹੈ। ਸਮਾਂ ਬਣਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਵਿੱਚ ਗੋਇੰਦਵਾਲ ਸਾਹਿਬ ਜੀ ਦੇ ਧਰਤੀ ਵਿੱਚ ਰਾਮਦਾਸ ਬੜੇ ਹੀ ਪ੍ਰੇਮ ਨਾਲ ਸੇਵਾ ਕਰਨ ਲੱਗਿਆ। ਸੇਵਾ ਕਰਦਿਆਂ ਉਹ ਵੀ ਸਮਾਂ ਆਇਆ ਜਦੋਂ ਬੌਲੀ ਸਾਹਿਬ ਜੀ ਦੀ ਉਹ ਸੇਵਾ ਆਰੰਭ ਹੋਈ ਤੇ ਉਸ ਵਿੱਚ ਰਾਮਦਾਸ ਜੀ ਨੇ ਬੜੀ ਲਗਨ ਦੇ ਨਾਲ ਸੇਵਾ ਕੀਤੀ। ਇੱਥੇ ਵੀ ਗਾਥਾ ਇੱਕ ਬੜੀ ਪਿਆਰੀ ਹੈ,
ਬੜੀ ਸਵਾਦਲੀ ਹੈ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਬਚਨ ਕਰਦੇ ਹੋਏ ਇੱਕ ਵਚਨ ਕਰਦੇ ਨੇ, ਕਹਿੰਦੇ ਨੇ, ਐ ਪਾਤਸ਼ਾਹ ਗੁਰੂ ਅਮਰਦਾਸ ਜੀ, ਆ ਜੋ ਨੌਜਵਾਨ ਲੜਕਾ ਆਪ ਜੀ ਦੇ ਦਰਬਾਰ ਦੀ ਸੇਵਾ ਕਰਦਾ ਹੈ, ਰਾਮਦਾਸ ਭਾਈ ਜੇਠਾ ਜੀ, ਇਸ ਦੀ ਸੇਵਾ ਵਿੱਚ ਬਹੁਤ ਲਗਨ ਹੈ, ਪਿਆਰ ਹੈ, ਸਤਿਕਾਰ ਹੈ। ਇਹ ਸੇਵਾ ਜਦੋਂ ਸਾਰੀ ਸੰਗਤ ਸੇਵਾ ਕਰਕੇ ਸ਼ਾਮਾਂ ਢਲਦੀਆਂ ਨੇ, ਕਈਆਂ ਤਗਾਰੀਆਂ ਸੱਬਣਾ ਆਪੋ ਆਪਣੀ ਥਾਂ ਤੇ ਉੱਥੇ ਹੀ ਛੱਡ ਕੇ ਘਰਾਂ ਨੂੰ ਚਲੀਆਂ ਜਾਂਦੀਆਂ, ਜਾਂ ਲੰਗਰ ਜਾ ਕੇ ਹੱਥ ਪੈਰ ਧੋ ਕੇ ਲੰਗਰ ਛਕ ਕੇ ਘਰਾਂ ਨੂੰ ਚਲੀਆਂ ਜਾਂਦੀਆਂ। ਪਰ ਇਹ ਰਾਮਦਾਸ ਭਾਈ ਜੇਠੇ ਨੂੰ ਮੈਂ ਵੇਖਦਾ ਹਾਂ, ਹਰ ਰੋਜ਼ ਸਾਰੀਆਂ ਕਈਆਂ ਤਗਾਰੀਆਂ ਸੱਬਣਾ ਚੁੱਕ ਕੇ ਸਹੀ ਸਥਾਨ ਤੇ ਰੱਖਦੇ ਨੇ, ਤਾਂ ਕਿ ਅਗਲੇ ਦਿਨ ਸੰਗਤ ਨੂੰ ਉਹ ਸਭ ਚੀਜ਼ਾਂ ਪ੍ਰਾਪਤ ਹੋ ਸਕਣ। ਤੇ ਜਿਹੜਾ ਪੁੜਦਾ ਤੋੜਨ ਵਾਲੀ ਜਗ੍ਹਾ ਜਿੱਥੇ ਬੌਲੀ ਸਾਹਿਬ ਖੋਦੀ ਜਾਂਦੀ ਹੈ, ਉੱਥੋਂ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਕੇ ਉਹਨੂੰ ਸਿਹਤ ਵੈਜ ਕਰਦੇ ਨੇ, ਤਾਂ ਕਿ ਆਉਣ ਵਾਲੇ ਦਿਨ ਵਿੱਚ ਅਗਲਾ ਕਾਰਜ ਠੀਕ ਤਰੀਕੇ ਨਾਲ ਆਰੰਭ ਹੋ ਸਕੇ। ਅਗਲੇ ਦਿਨ ਦਾ ਵੀ ਕੰਮ ਬਣਾ ਕੇ ਫਿਰ ਉਸ ਧਰਤੀ ਨੂੰ ਛੱਡਦੇ ਨੇ। ਤੇ ਇੱਥੇ ਬਾਬਾ ਬੁੱਢਾ ਜੀ ਦੇ ਰਸਨਾ ਤੋਂ ਇੱਕ ਪਿਆਰ ਦਾ ਵਚਨ ਆਉਂਦਾ ਹੈ, ਜਿਸ ਨੂੰ ਸ਼ਰਧਾ ਤੇ ਸਤਿਕਾਰ ਵਿੱਚ ਰੱਖਣਾ ਹੈ, ਦੂਸਰੇ ਪਾਸੇ ਨਹੀਂ ਲਿਜਾਣਾ। ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇਤਰਾਂ 'ਚ ਨੇਤਰ ਪਾ ਕੇ ਆਖਦੇ ਨੇ, ਮੇਰੇ ਪਾਤਸ਼ਾਹ, ਇਹ ਬੱਚਾ ਇੰਜ ਸੇਵਾ ਕਰਦਾ ਹੈ ਜਿਵੇਂ ਘਰ ਦਾ ਮਾਲਕ ਹੋਵੇ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰਾਂ 'ਚ ਨੇਤਰ ਪਾਉਂਦੇ ਨੇ ਤੇ ਥੋੜਾ ਜਿਹਾ ਮੁਸਕਰਾਉਂਦੇ ਨੇ। ਚਾਹੇ ਇਹ ਅੰਦਰ ਦੀਆਂ ਬਾਤਾਂ ਨੇ, ਇਹ ਬਾਹਰ ਦੀਆਂ ਬਾਤਾਂ ਨਹੀਂ। ਬਾਹਰ ਦੀਆਂ ਬਾਤਾਂ ਤਾਂ ਕੋਈ ਸੁਣੇਗਾ ਉਹਨੂੰ ਇੰਜ ਲੱਗੇਗਾ ਕੋਈ ਇੱਥੇ ਕਰਾਮਾਤ ਹੈ, ਪਰ ਰਮਜ ਦੇ ਨਾਲ ਇੱਕ ਦੂਸਰੇ ਨੂੰ ਗੱਲ ਸਮਝਾਤੀ ਵੀ ਆਉਣ ਵਾਲੇ ਸਮੇਂ ਦਾ ਇਸ ਘਰ ਦਾ ਵਾਰਸ ਇਹ ਹੋਵੇਗਾ। ਇੱਕ ਦੂਸਰੇ ਨਾਲ ਬਚਨ ਹੋਏ, ਫਿਰ ਸਮਾਂ ਬਣਿਆ। ਗੁਰੂ ਰਾਮਦਾਸ ਮਹਾਰਾਜ ਜੀ ਇਸ ਸੇਵਾ ਵਿੱਚ ਹੋਰ ਅਗੇਤਰ ਵੱਲ ਤੁਰੇ। ਜਦੋਂ ਆਪ ਜੀ ਇਸ ਸੇਵਾ ਵਿੱਚ ਜਾ ਰਹੇ ਸਨ, ਇੱਕ ਦਿਨ ਉਹ ਵੀ ਆਇਆ ਜਦੋਂ ਮਾਤਾ ਮਨਸਾ ਦੇਈ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਸਤਿਗੁਰੂ ਜੀ, ਆਪ ਜੀ ਦੀ ਬੇਟੀ ਬੀਬੀ ਭਾਨੀ ਜੀ ਜਵਾਨ ਹੋ ਚੁੱਕੇ ਨੇ, ਉਹਨਾਂ ਵਾਸਤੇ ਕਿਸੇ ਵਰ ਦੀ ਲੋੜ ਹੈ। ਤੇ ਉਸ ਸਮੇਂ ਉੱਪਰ ਮਾਤਾ ਮਨਸਾ ਦੇਈ ਜੀ ਦੇ ਮਨ ਵਿੱਚੋਂ, ਧਿਆਨ ਵਿੱਚੋਂ ਸੇਵਾ ਕਰਦਿਆਂ ਵੱਲ ਵੇਖ ਕੇ ਆਖਿਆ, ਮੇਰੀ ਬੇਟੀ ਵਾਸਤੇ ਵਰ, ਆ ਜਿਹੜਾ ਨੌਜਵਾਨ ਮੁੰਡਾ ਰਾਮਦਾਸ ਭਾਈ ਜੇਠਾ, ਇਹਦੇ ਵਰਗਾ ਸੋਹਣਾ ਸੁਨੱਖਾ ਤੇ ਲਾਇਕ ਲੜਕਾ ਚਾਹੀਦਾ ਹੈ। ਸਤਿਕਾਰਯੋਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਸਨਾ ਤੋਂ ਬਚਨ ਆਏ, ਮਨਸਾ, ਇਹਦੇ ਵਰਗਾ ਤਾਂ ਇਹੀ ਹੋ ਸਕਦਾ, ਹੋਰ ਨਹੀਂ ਹੋ ਸਕਦਾ। ਬੜੇ ਹੀ ਪ੍ਰੇਮ ਨਾਲ, ਪਿਆਰ ਨਾਲ ਇੱਥੇ ਬਚਨ ਮੈਂ ਹੁਣ ਆਪਣੇ ਸਬਜੈਕਟ ਤੋਂ ਥੋੜਾ ਜਿਹਾ ਬਾਹਰ ਜਾ ਕੇ ਤੇ ਜਲਦੀ ਦੇਣੇ ਵਾਪਸ ਆਉਣਾ ਹੈ, ਤਾਂ ਕਿ ਆਪ ਜੀ ਨੂੰ ਗੱਲ ਦੀ ਸਮਝ ਪੈ ਜਾਵੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਤੀ ਥੋੜੇ ਜਿਹੇ ਬਚਨ ਕੀਮਤੀ ਨੇ ਤੇ ਸਵਾਦਲੇ ਨੇ। ਜੇ ਸਮਝ ਲੱਗ ਗਈ ਤਾਂ ਇਤਿਹਾਸ ਦੀ ਤਵਾਰੀਖ ਦਾ ਸੱਚ ਤੁਹਾਡੇ ਨੇਤਰਾਂ ਸਾਹਮਣੇ ਆ ਜਾਏਗਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਾ ਸਮਾਂ ਇਤਿਹਾਸਕਾਰਾਂ ਨੇ ਆਮ ਸਾਡੇ ਕੋਲੇ ਲਿਖਿਆ ਮਿਲਦਾ ਹੈ, ਉਹ ਮਿਲਦਾ ਹੈ 5 ਮਈ 1479। ਬਹੁਤ ਲੰਮਾ ਅਰਸਾ ਪਿੱਛੇ ਲੈ ਗਏ ਸਾਨੂੰ। ਪਰ ਜਦੋਂ ਦਾਸ ਨੇ ਭੱਟਵਈਆਂ ਅਨੁਸਾਰ ਇਹ ਸਾਰੀ ਜੋ ਇਤਿਹਾਸ ਦੀ ਲੜੀ ਸੀ ਸੰਪੂਰਨ ਕਰਨਾ ਸੀ, ਉਸ ਵਿੱਚ ਮੇਰੀ ਇੱਕ ਕਿਤਾਬ ਹੈ ਤਵਾਰੀਖ 4 ਸਿੱਖ, ਜਿਸ ਦੇ ਵਿੱਚ ਸਤਿਕਾਰਯੋਗ ਬਾਬਾ ਸੁੰਦਰ ਜੀ ਦਾ ਜੀਵਨ ਲਿਖਣ ਦਾ ਯਤਨ ਕੀਤਾ ਹੈ। ਬਾਬਾ ਸੁੰਦਰ ਜੀ ਦਾ ਜੀਵਨ ਲਿਖਣਾ ਸੀ, ਇਸ ਵਾਸਤੇ ਇਹ ਸਾਰਾ ਇਤਿਹਾਸ ਨੂੰ ਵਾਰੰਵਾਰ ਦੇਖਣਾ ਪਿਆ। ਜਦੋਂ ਵਾਰੰਵਾਰ ਨਜ਼ਰ ਪਈ ਤਾਂ ਇਹ ਤਵਾਰੀਖ ਦਾ ਸੱਚ ਨੇਤਰਾਂ ਸਾਹਮਣੇ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 5 ਮਈ 1505 ਵਿੱਚ ਹੁੰਦਾ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਵਾਹ ਜੋ ਹੈ ਉਹ ਹੈ 27 ਨਵੰਬਰ
1529 ਵਿੱਚ ਹੁੰਦਾ ਮਾਤਾ ਮਨਸਾ ਦੇਵੀ ਜੀ ਦੇ ਨਾਲ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਵਿੱਚ ਪਹਿਲੀ ਬੇਟੀ, ਪਹਿਲੀ ਬੱਚੀ 23 ਸਤੰਬਰ 1532 ਦੇ ਵਿੱਚ ਬੀਬੀ ਦਾਨੀ ਜੀ ਦਾ ਜਨਮ ਹੁੰਦਾ ਹੈ। ਬੀਬੀ ਦਾਨੀ ਜੀ ਦਾ ਵੀ ਵਿਵਾਹ 25 ਮਈ 1550 ਵਿੱਚ ਭਾਈ ਰਾਮਾ ਜੀ ਦੇ ਨਾਲ ਹੁੰਦਾ ਹੈ। ਇੱਥੇ ਹੋਰ ਬਚਨਾਂ ਨੂੰ ਸੰਖੇਪ ਵਿੱਚ ਲੈ ਜਾਈਏ। ਦੂਸਰੇ ਸਥਾਨ ਤੇ ਸਤਿਕਾਰਯੋਗ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦਾ ਜਨਮ 23 ਦਸੰਬਰ 1534 ਵਿੱਚ ਹੁੰਦਾ ਹੈ। ਆਪ ਜੀ ਹੁਣੇ ਹੀ ਸੁਣ ਕੇ ਹਟੇ ਕੋ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ 25 ਸਤੰਬਰ 1534। ਇਹ ਹੈ 23 ਦਸੰਬਰ। ਤਕਰੀਬਨ 3 ਮਹੀਨੇ ਦਾ ਫਾਸਲਾ ਸੀ ਗੁਰੂ ਰਾਮਦਾਸ ਵਿੱਚ ਤੇ ਸਤਿਕਾਰਯੋਗ ਬੀਬੀ ਭਾਨੀ ਵਿੱਚ। ਬੀਬੀ ਭਾਨੀ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ 3 ਮਹੀਨੇ ਛੋਟੇ ਸਨ। ਕਈ ਇਤਿਹਾਸਕਾਰਾਂ ਨੇ ਕੁਝ ਹੋਰ ਰਲਗੜ ਕੀਤੀ ਹੈ, ਜਿਹਨੂੰ ਕਹਿਣ ਨੂੰ ਵੀ ਜੀ ਨਹੀਂ ਕਰਦਾ ਕਿ ਜੀ ਉਸ ਸਮੇਂ ਬੀਬੀ ਭਾਨੀ ਜੀ ਦੀ ਉਮਰ ਬਹੁਤ ਵੱਡੀ ਸੀ, ਪਰ ਗੁਰੂ ਰਾਮ ਅਮਰਦਾਸ ਜੀ ਦੇ ਭਾਉ ਕਰਕੇ ਵੱਡੀ ਉਮਰ ਦੀ ਲੜਕੀ ਛੋਟੇ ਇਸ ਉਮਰ ਦੇ ਨਾਲ ਵਿਆਹਤੀ। ਇਹੋ ਜਿਹੀਆਂ ਬਾਤਾਂ ਬਹੁਤ ਸਾਰੀਆਂ ਮਿਲਦੀਆਂ ਨੇ, ਪਰ ਅਸੀਂ ਉਸ ਪਾਸੇ ਨਹੀਂ ਜਾਣਾ। ਉਸ ਪਾਸੇ ਜਾਣਾ ਜਿਹੜਾ ਬਚਨ ਸਾਨੂੰ ਗੁਰੂ ਨਾਲ ਹੋਰ ਪਿਆਰ ਵਧਾਵੇ, ਹੋਰ ਸਤਿਕਾਰ ਦੇਵੇ। ਸਤਿਕਾਰਯੋਗ ਬੀਬੀ ਭਾਨੀ ਜੀ ਦਾ ਜਨਮ ਹੈ 23 ਦਸੰਬਰ 1534। ਫਿਰ ਉਹ ਘੜੀਆਂ, ਉਹ ਪਲ ਆਉਂਦੇ ਨੇ ਜਿਨ੍ਹਾਂ ਪਲਾਂ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਬੀਬੀ ਭਾਨੀ ਜੀ ਦਾ ਵਿਵਾਹ ਦੀਆਂ ਘੜੀਆਂ, ਖੁਸ਼ੀਆਂ ਦੀਆਂ ਘੜੀਆਂ ਨੇਤਰਾਂ ਮੂਹਰੇ ਆਉਂਦੀਆਂ ਨੇ। ਉਹ ਤਰੀਕ ਹੈ 2 ਮਾਰਚ 1553 ਵਿੱਚ। 2 ਮਾਰਚ 1553 ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਬੀਬੀ ਭਾਨੀ ਜੀ ਦਾ ਵਿਵਾਹ ਹੋਇਆ। ਇਹ ਘੜੀਆਂ ਵਿੱਚ ਛੋਟੇ ਜਿਹੇ ਸ਼ਬਦ ਦੋ ਹੋਰ ਨਾਲ ਜੋੜ ਦੇਵਾਂ ਤਾਂ ਕਿ ਸਮਝ ਲੱਗ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਵਿੱਚ ਇਸ ਤੋਂ ਅੱਗੇ ਵੰਸ਼ਾਈ ਬਾਬਾ ਮੋਹਨ ਜੀ, ਜਿਨ੍ਹਾਂ ਦਾ ਜਨਮ 27/10/1536 ਵਿੱਚ ਹੋਇਆ। ਸਭ ਤੋਂ ਛੋਟੇ ਸਨ ਸਤਿਕਾਰਯੋਗ ਬਾਬਾ ਮੋਰੀ ਜੀ, ਜਿਨ੍ਹਾਂ ਦਾ ਜਨਮ 2 ਜੁਲਾਈ 1538 ਵਿੱਚ ਹੋਇਆ। ਬੀਬੀ ਭਾਨੀ ਜੀ ਦੇ ਵਿਵਾਹ ਦੀਆਂ ਘੜੀਆਂ ਬਹੁਤ ਹੀ ਖੁਸ਼ੀਆਂ ਨਾਲ, ਚਾਵਾਂ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਪ੍ਰੇਮ ਰੰਗ ਵਿੱਚ ਪੂਰਨ ਹੋਈਆਂ ਤੇ ਫਿਰ ਆਪ ਜੀ ਦੀ ਸੇਵਾ ਅਗੇਤਰ ਵੱਲ ਚੱਲੀ। ਇਹ ਸੇਵਾ ਚੱਲਦਿਆਂ ਹੋਇਆਂ ਆਪ ਜੀ ਨੇ ਲਾਇਕ ਜਾਣ ਕੇ, ਸਮਝਦਾਰ ਜਾਣ ਕੇ ਬਹੁਤ ਸਾਰੀਆਂ ਸਾਖੀਆਂ ਇੱਥੇ ਸਾਡੇ ਨੇਤਰਾਂ ਮੂਹਰੇ ਆਉਂਦੀਆਂ ਨੇ। ਭਾਈ ਰਾਮਾ ਜੀ ਦੇ ਨਾਲ ਇਹਨਾਂ ਨੂੰ ਦੋਨਾਂ ਦੀ ਤੁਲਨਾ ਕਰਨਾ। ਗੁਰੂ ਅਮਰਦਾਸ ਜੀ ਪ੍ਰੀਖਿਆ ਲੈਂਦੇ ਨੇ। ਪ੍ਰੀਖਿਆ ਹਮੇਸ਼ਾ ਟੀਚਰ ਲੈਂਦੇ ਨੇ। ਗੁਰੂ ਤਾਂ ਅੰਤਰਜਾਮੀ ਜਾਣੈ, ਬਿਨ ਬੋਲਤ ਆਪ ਪਛਾਣੈ। ਗੁਰੂ ਕਦੇ ਪ੍ਰੀਖਿਆਵਾਂ ਨਹੀਂ ਲੈਂਦਾ। ਗੁਰੂ ਤਾਂ ਹਿਰਦੇ ਨੂੰ ਪੜ੍ਹਦਾ, ਉਹਦੇ ਪੂਰਨ ਜੀਵਨ ਵੱਲ ਨਜ਼ਰ ਪਾਉਂਦਾ। ਪੂਰੇ ਜੀਵਨ ਦੀ ਗਾਥਾ ਨੂੰ ਵੇਖ ਕੇ ਫਿਰ ਦੇਖਿਆ ਜੋ ਵਿਚਾਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦਿਆਂ ਮੇਰੇ ਹਿਰਦੇ ਵਿੱਚ ਸਨ, ਉਹੀ ਵਿਚਾਰ ਰਾਮਦਾਸ ਜੀ ਦੀ ਸੇਵਾ ਵਿੱਚ ਹਨ। ਆਪ ਜੀ ਨੇ ਬਹੁਤ ਹੀ ਪ੍ਰੇਮ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ, ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਫਿਰ ਇਸ ਸੇਵਾ ਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਜੀ ਆਏ ਤੇ ਆਪ ਜੀ 1 ਸਤੰਬਰ ਤਕਰੀਬਨ 1574 ਦੇ ਵਿੱਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ। ਇਸ ਜਗ੍ਹਾ ਦੇ ਉੱਪਰ ਸਾਡੇ ਪਿਆਰ ਵਾਲੇ ਭੱਟ ਸਾਹਿਬਾਨਾਂ ਨੇ ਬਹੁਤ ਸੋਹਣੇ ਬਚਨ ਸਾਡੇ ਨੇਤਰਾਂ ਸਾਹਮਣੇ ਰੱਖੇ। ਸੰਖੇਪ ਵਿੱਚ ਸ਼ਬਦਾਂ 'ਚ ਕਹਿਣੇ ਹਨ। ਭੱਟ ਨਲ ਦਾਸ ਜੀ ਦੇ ਰਸਨਾ ਤੋਂ ਬਚਨ ਆਏ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਇਹਨਾਂ ਤੋਂ ਬਾਅਦ ਸਤਿਕਾਰਯੋਗ ਭੱਟ ਵੱਲ ਜੀ ਨੇ ਬੜਾ ਸੋਹਣਾ ਬਚਨ ਆਖਣਾ ਕੀਤਾ, ਸੋਢੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇਸੇ ਦੇ ਨਾਲ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਰਸਨਾ ਤੋਂ ਬਚਨ ਆਏ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤੇ ਫਿਰ ਇੱਕ ਪਿਆਰ ਵਾਲੀਆਂ ਹੋਰ ਦੋ ਸ਼ਖਸੀਅਤਾਂ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਜਿਨ੍ਹਾਂ ਦੇ ਹਿਰਦੇ ਦੀ ਵੇਦਨਾ ਬਹੁਤ ਪਿਆਰ ਦੀ
ਤੇ ਬਾਬਾ ਸੱਤਾ ਜੀ ਨੇ ਕਲਮਬੰਦ ਕੀਤਾ। ਉਸ ਸਮੇਂ ਉੱਪਰ ਸੱਤਾ ਜੀ ਬਲਵੰਡ ਜੀ ਨੇ ਦੋਨਾਂ ਨੇ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਵਿੱਚ ਆਪ ਜੀ ਦੇ ਰਸਨਾ ਤੋਂ ਬਚਨ ਆਏ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇਹ ਬਚਨ ਸਤਿਕਾਰਯੋਗ ਬਾਬਾ ਸੱਤਾ ਜੀ ਦੀ ਰਸਨਾ ਤੋਂ ਆਏ। ਹੁਣ ਇਹ ਗੁਰਿਆਈ ਬਣਨ ਤੋਂ ਬਾਅਦ ਆਪ ਜੀ ਦਾ ਇਤਿਹਾਸ ਬਹੁਤ ਵੱਡਾ ਹੈ, ਪਰ ਸੰਖੇਪਮੈ ਸ਼ਬਦਾਂ ਵਿੱਚ ਮੈਂ ਆਪ ਜੀ ਨੂੰ ਲਿਜਾਣ ਦੀ ਇੱਛਾ ਕਰਦਾ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਗੁਰਿਆਈ ਤੇ ਬੈਠਣ ਤੋਂ ਬਾਅਦ ਇਹ ਸੇਵਾ ਆਰੰਭ ਕੀਤੀ। ਚਾਹੇ ਇਸ ਸੇਵਾ ਦੇ ਨਾਲ ਨਾਲ ਆਪ ਜੀ ਨੇ ਗੋਇੰਦਵਾਲ ਸਾਹਿਬ ਤੋਂ ਆ ਕੇ, ਜਿਸ ਨੂੰ ਅੱਜ ਅਸੀਂ ਪਹਿਲਾ ਨਾਮ ਸੀ ਉਹਦਾ ਗੁਰੂ ਕਾ ਚੱਕ, ਫਿਰ ਉਸ ਦਾ ਨਾਮ ਰੱਖਿਆ ਗਿਆ ਰਾਮਦਾਸਪੁਰ, ਫਿਰ ਉਸੇ ਨਗਰ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪਿਆ। ਸ੍ਰੀ ਅੰਮ੍ਰਿਤਸਰ ਸ਼ਹਿਰ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਸਾਉਣਾ ਕੀਤਾ। ਕੁਝ ਕੁ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋ ਪ੍ਰੇਮ ਦੇ ਆਪ ਜੀ ਨੂੰ ਦਰਸਾਏ ਗਏ ਸਨ, ਉਹ ਬਚਨਾਂ ਨੂੰ ਇੱਥੇ ਆ ਕੇ ਆਪ ਜੀ ਨੇ ਪੂਰਨ ਕੀਤਾ। ਕਿੰਨਾ ਸੋਹਣਾ ਸ਼ਹਿਰ ਵਸਾਇਆ। ਅਗਲੀ ਕਿਸੇ ਹੋਰ ਵੀਡੀਓ ਵਿੱਚ ਮੈਂ ਆਪ ਜੀ ਨਾਲ ਬਚਨਾਂ ਦੀ ਸਾਂਝ ਪਾਵਾਂਗਾ। ਇੱਥੇ ਸੰਖੇਪਮੈ ਸ਼ਬਦਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ ਮਹਾਨ ਰਚਨਾ ਸਾਡੀ ਝੋਲੀ ਵਿੱਚ ਪਾਈ ਹੈ, ਉਸ ਵੱਲ ਧਿਆਨ ਦੇ ਦੇਣਾ। ਛਣਾ ਵਿੱਚ ਦੀ ਪਲਾਂ ਵਿੱਚ ਦੀ ਮੈਂ ਬਚਨਾਂ ਨੂੰ ਸੰਪੂਰਨ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 19 ਰਾਗ ਗਾਇਨ ਕੀਤੇ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕੋਈ ਵੀ ਰਾਗ ਸਾਹਮਣੇ ਨਹੀਂ ਆ ਰਿਹਾ, ਕਿਉਂਕਿ ਉਹਨਾਂ ਦੇ 63 ਸ਼ਲੋਕ ਸਨ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗ ਗਾਇਨ ਕੀਤੇ ਸਨ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਵਿੱਚ 11 ਰਾਗ ਹੋਰ ਵਿੱਚ ਪਾ ਕੇ ਗਾਇਨ ਕਰਕੇ 30 ਰਾਗਾਂ ਦੀ ਗਿਣਤੀ ਕੀਤੀ ਸੀ। 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ। 30 ਰਾਗਾਂ ਦੇ ਵਿੱਚ 5 ਰਾਗ ਨਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗਾਇਨ ਕੀਤੇ ਨੇ। ਉਹਨਾਂ ਰਾਗਾਂ ਦਾ ਵੇਰਵਾ ਹੈ। ਰਾਗ ਨਟ ਨਰੈਣ ਜੀ, ਰਾਗ ਦੇਵ ਗੰਧਾਰੀ ਜੀ, ਬਿਹਾਗੜਾ ਜੀ, ਬਰਾੜੀ ਜੀ, ਤੇ ਨਟ ਨਰੈਣ ਜੀ ਤੇ ਕਲਿਆਣ ਜੀ। ਇਹ 5 ਰਾਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਗਾਇਨ ਕੀਤੇ। ਇਹਦੇ ਨਾਲ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਮਹਾਨ ਬਾਣੀ ਦੀ ਰਚਨਾ ਕੀਤੀ ਹੈ, ਉਹਨਾਂ ਵਿੱਚ ਕੁਝ ਆਪ ਜੀ ਨੇ ਨਵੀਆਂ ਬਾਣੀਆਂ ਨਵੇਂ ਨਾਮਾਂ ਦੇ ਉੱਪਰ ਰਚਨਾ ਕੀਤੀਆਂ ਨੇ, ਜਿਨ੍ਹਾਂ ਵਿੱਚੋਂ ਬੰਜਾਰਾ 1 ਸ਼ਬਦ, ਘੋੜੀਆਂ 2 ਸ਼ਬਦ, ਕਰਹਲੇ 2 ਸ਼ਬਦ, ਸੋਲੇ 2 ਸ਼ਬਦ, ਪਹਿਰੇ 1 ਸ਼ਬਦ, ਤੇ ਫਿਰ ਆਪ ਜੀ ਨੇ ਜੋ ਸੰਪੂਰਨ ਸ਼ਬਦ ਗਾਇਨ ਕੀਤੇ ਨੇ, ਇਹ ਤਕਰੀਬਨ 30 ਰਾਗਾਂ ਵਿੱਚ। ਇੱਥੇ ਇੱਕ ਵਚਨ ਨਾਲ ਸਾ ਪਾ ਜਾਵਾਂ ਸਮਝ ਲੱਗ ਜਾਏ। 30 ਰਾਗਾਂ ਦੇ ਨਾਲ ਨਾਲ 31ਵਾਂ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ, ਜੈ ਜੈ ਬੰਤੀ। ਤੇ ਇੱਥੇ ਆਪ ਜੀ ਨੇ ਸ਼ਬਦਾਂ ਦੀ ਗਿਣਤੀ 246, 105 ਪਲੱਸ 30, 135 ਸ਼ਲੋਕਾਂ ਦੀ ਆਪ ਜੀ ਨੇ ਰਚਨਾ ਕੀਤੀ। 33 ਅਸ਼ਟਪਦੀਆਂ ਤੇ 12 ਦੀ ਗਿਣਤੀ, ਜਿਨ੍ਹਾਂ ਵਿੱਚ ਜੋ ਪੌੜੀਆਂ ਹਨ, ਚਾਹੇ 12 8 ਨੇ, ਪੌੜੀਆਂ ਉਸ ਵਿੱਚ 183 ਹਨ। ਛੰਦ ਆਪ ਜੀ ਨੇ 28 ਗਾਇਨ ਕੀਤੇ ਨੇ। ਇਸ ਤਰ੍ਹਾਂ ਮਿਲਾ ਕੇ ਸਤਿਗੁਰੂ ਜੀ ਦੀ ਬਾਣੀ ਦਾ ਬਹੁਤ ਵੱਡਾ ਪ੍ਰਤਾਪ ਹੋਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ। ਇਤਿਹਾਸ ਬਹੁਤ ਵੱਡਾ ਹੈ। ਕਿਤੇ ਫਿਰ ਮੈਂ ਆਪ ਜੀ ਨੂੰ ਇਸ ਦੇ ਅਗਲੇ ਕਿਸੇ ਐਪੀਸੋਡ ਵਿੱਚ ਆਪ ਜੀ ਨਾਲ ਬਚਨਾਂ ਦੀ ਸਾਂਝ ਪਾਵਾਂਗਾ। ਹੁਣ ਬਚਨਾਂ ਨੂੰ ਇੱਥੇ ਹੀ ਵਿਸਰਾਮ ਦਿੰਦਿਆਂ ਹੋਇਆਂ ਸਾਰੀਆਂ ਹੀ ਸੰਗਤਾਂ ਨੂੰ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਧਾਈਆਂ ਵਧਾਈਆਂ। ਆਪ ਜੀ ਨੇ 47 ਸਾਲ ਦੀ ਆਰਬਲਾ ਦੇ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਦੇ ਘਰ ਦੀ ਗੁਰਿਆਈ ਗੁਰਤਾ ਗੱਦੀ ਬਖਸ਼ਿਸ਼ ਕਰਕੇ ਉਸ ਦੇ ਪ੍ਰਤੀ ਵੀ ਭੱਟ ਮਥਰਾ ਜੀ ਆਖਦੇ ਨੇ, ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਾਹੀ ਤਰੀ। ਇਹ ਇੱਕ ਮਹਾਨ ਜ਼ਿੰਮੇਵਾਰੀ ਗੁਰੂ ਨਾਨਕ ਦੇ ਘਰ ਦੀ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਫਿਰ ਆਪ ਜੀ ਇਸ ਸੰਸਾਰ ਦੀ ਯਾਤਰਾ ਸੰਪੂਰਨ ਕਰਦੇ ਹੋਏ 1 ਸਤੰਬਰ 1581 ਦੇ ਵਿੱਚ ਜੋਤੀ ਜੋਤ ਸਮਾਏ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ
ਅਸੀਂ ਇਹ ਸਾਰੀਆਂ ਸੰਗਤਾਂ ਨੂੰ ਆਪਣੇ ਵੱਲੋਂ ਇੱਕ ਪਿਆਰ ਦਾ ਤੋਹਫਾ ਗਰਜਾ ਪ੍ਰੋਡਕਸ਼ਨ ਚੈਨਲ ਟੀਵੀ ਵੱਲੋਂ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾਉਂਦਿਆਂ ਹੋਇਆਂ ਕੋਈ ਬਚਨ ਗੁਰੂ ਸਾਹਿਬ ਜੀ ਦੇ ਸਤਿਕਾਰ ਵਿੱਚ ਇਸ ਤਰ੍ਹਾਂ ਦਾ ਆ ਗਿਆ ਹੋਵੇ ਜਿਸ ਨਾਲ ਆਪ ਦੇ ਦਿਲ ਨੂੰ ਠੇਸ ਲੱਗੀ ਹੋਵੇ, ਜ਼ਰੂਰ ਖਿਮਾ ਕਰ ਦੇਣੀ। ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਵੱਡੀਆਂ ਵਡਿਆਈਆਂ, ਵੱਡਾ ਇਤਿਹਾਸ ਕਿਤੇ ਫਿਰ ਆਪ ਜੀ ਨਾਲ ਸੰਪੂਰਨ ਵਿੱਚ ਬੋਲਣ ਦਾ ਯਤਨ ਕਰਾਂਗਾ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਵਧਾਈਆਂ ਵਧਾਈਆਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਬੈਲ ਦਾ ਬਟਨ ਵੀ ਦਬਾਓ। ਨਾਲ ਇਹ ਜੋ ਵੀਡੀਓ ਹੈ ਦੂਸਰੇ ਦੋਸਤਾਂ ਸੱਜਣ ਮਿੱਤਰਾਂ ਤੱਕ ਵੀ ਭੇਜਣ ਦੀ ਕਿਰਪਾਲਤਾ ਕਰੋ। ਗੱਜ ਵੱਜ ਕੇ ਪਿਆਰ ਔਰ ਅਦਬ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।